सो वेलकम स्टूडेंट्स। कैसे हो आप लोग? आई होप कि आप सब लोग ठीक होंगे। हमारा आज का टॉपिक है जो हमारा सप्लीमेंट्री का जो हमारी जो सप्लीमेंट्री रीडर है उसमें हमारा एक चैप्टर है फ्रेम। ठीक है, द मॉडर्न फ्रेम वर्ड्स। तो उसके हम जो लॉन्ग क्वेश्चन है वो डिस्कस करेंगे। ठीक है, सो हमारा फर्स्ट लॉन्ग क्वेश्चन है, हाउ डिड द ऑथर डिस्क्राइब द शॉप ऑन बाय दत्ता। ठीक है, कि जो ऑथर की जो शॉप है वो हमने मतलब कैसे डिस्क्राइब करो कि वो मतलब कैसी शॉप थी वो। ठीक है, द नेम ऑफ दत्ता शॉप वॉज द मॉडर्न फ्रेम वर्क्स। कि दुकान का नेम द मॉडर्न फ्रेम वर्क्स है। ठीक है, याद रखना। बट द शॉप लैक्ड एनी मॉडर्निटी, यानी कि ਉਹਦੇ ਵਿੱਚ ਕਾਫੀ ਕੋਈ ਮॉडर्निटी नहीं हैगी, मतलब कि कोई मॉडर्न मतलब ਇੰਨੀ मतलब सजी ਧਜੀ ਹੋਈ ਦੁਕਾਨ ਨਹੀਂ ਸੀਗੀ, ਇੱਕ ਸਿੰਪਲ ਜੀ ਦੁਕਾਨ ਸੀਗੀ। ਠੀਕ ਹੈ, ਜਦੋਂ ਆਪਾਂ ਕਹਾਣੀ ਵਿੱਚ ਜਦੋਂ ਆਪਾਂ ਚੈਪਟਰ ਵਾਈਜ਼ ਪੜ੍ਹਦੇ ਤਾਂ ਸਾਨੂੰ ਮਤਲਬ ਪਤਾ ਚੱਲ ਜਾਂਦਾ, ਇੱਕ ਵਿਊ ਸਾਡੇ ਬ੍ਰੇਨ ਵਿੱਚ ਹੈ ਨਾ, ਇਮੈਜੀਨੇਸ਼ਨ ਸਾਡੀ ਹੋ ਜਾਂਦੀ ਕਿ ਉਹ ਵਾਕਈ ਕਿੱਦਾਂ ਦੀ ਦੁਕਾਨ ਸੀਗੀ। ਠੀਕ ਹੈ, ਇਟ ਵਾਜ਼ ਇਨ ਫੈਕਟ ਅ ਲਾਰਜ ਵੁਡਨ ਪੈਕਿੰਗ ਕੇਸ ਸਿਚੁਏਟਡ ਇਨ ਅ ਗੈਪ ਬਿਟਵੀਨ ਅ ਡਰਗ ਸਟੋਰ ਐਂਡ ਅ ਰੇਡੀਓ ਰਿਪੇਅਰ ਸ਼ੌਪ। ਠੀਕ ਹੈ, ਕਿ ਉਹ ਇੱਕ ਮਤਲਬ ਜਿੱਦਾਂ ਲੱਕੜੀ ਦਾ ਜਿੱਦਾਂ ਹੁੰਦਾ ਨਾ, ਕਈਆਂ ਦੀ ਆਪਾਂ ਦੁਕਾਨਾਂ ਦੇਖਦੇ ਨੇ ਅਤੇ ਉਹ ਇੱਕ ਲੱਕੜ ਦਾ ਜਿੱਦਾਂ ਬਣੀ ਹੁੰਦੀ ਨਾ, ਉਹ ਦਰਵਾਜ਼ੇ ਤੋਂ ਬਾਹਰ ਆਉਂਦੇ ਨੇ ਅਤੇ ਉੱਦਾਂ ਹੀ ਉਹ ਬੰਦ ਕਰ ਦਿੰਦੇ ਨੇ। ਉੱਦਾਂ ਦੀ ਅਸੀਂ ਅੱਜ ਵੀ ਆਪਣੇ ਦੇਖਦੇ ਹਾਂ ਦੁਕਾਨਾਂ ਇੱਦਾਂ ਦੀ ਬਣੀਆਂ ਹੋਈਆਂ ਨੇ। ਠੀਕ ਹੈ, ਉੱਦਾਂ ਦੀ ਉਹ ਦੁਕਾਨ ਸੀਗੀ। ਠੀਕ ਹੈ, ਇੱਕ ਵੁਡਨ ਪੈਕਿੰਗ, ਜਿੱਦਾਂ ਇੱਕ ਵੁਡਨ ਪੈਕਿੰਗ ਨਹੀਂ ਕੀਤੀ ਹੁੰਦੀ ਜਿੱਦਾਂ ਕਿਸੇ ਬਾਕਸ ਦੀ, ਉੱਦਾਂ ਮਤਲਬ ਉਹ ਲੱਗਦੀ ਸੀਗੀ ਉਹ ਦੁਕਾਨ। ਠੀਕ ਹੈ, ਇਨ ਅ ਗੈਪ ਬਿਟਵੀਨ ਡਰਗ ਸਟੋਰ ਐਂਡ ਰੇਡੀਓ ਰਿਪੇਅਰ ਸ਼ੌਪ, ਯਾਨੀ ਕਿ ਉਹ ਡਰਗ ਸਟੋਰ ਯਾਨੀ ਕਿ ਦੁਕਾਨਾਂ ਦੀ ਜੋ ਦਵਾਈਆਂ ਦੀ ਦੁਕਾਨ ਸੀਗੀ ਅਤੇ ਇੱਕ ਰੇਡੀਓ ਰਿਪੇਅਰ ਸ਼ੌਪ ਸੀਗੀ, ਉਹਨਾਂ ਦੇ ਵਿਚਕਾਰ ਇੱਕ ਗੈਪ। ਠੀਕ ਹੈ, ਉਹਦੇ ਵਿੱਚੋਂ ਦੁਕਾਨ ਹੈਗੀ ਸੀਗੀ ਦ ਮੋਡਰਨ ਫਰੇਮ ਵਰਕਸ। ਇਟ ਵਾਜ਼ ਫਿਕਸਡ ਔਨ ਸ਼ਿਕੀ ਲੈਗਸ। ਠੀਕ ਹੈ, ਕਿ ਮਤਲਬ ਉਹ ਸ਼ਿਕੀ ਲੈਗਸ ਮਤਲਬ ਕਿ ਲੱਕੜ ਦੇ, ਜਦ ਤੁਸੀਂ ਕਹਿ ਲਓ ਕਿ ਖੰਭਿਆਂ ਦੇ ਉੱਤੇ, ਜਿਹੜੇ ਕਿ ਮਤਲਬ ਜਦੋਂ ਚਾਹੋ ਡਿੱਗ ਸਕਦੇ ਸੀ, ਢਾਹ ਕੇ ਟੁੱਟ ਸਕਦੇ ਸੀਗੇ, ਉੱਦਾਂ ਦੇ ਉਹ ਸ਼ੇਕੀ ਲੈਗਸ ਮਤਲਬ ਕਿ ਉੱਦਾਂ ਦੇ ਉਹ ਖੰਭਿਆਂ ਉੱਤੇ ਖੜੀ ਹੋਈ ਦੁਕਾਨ ਸੀ, ਕਿਉਂਕਿ ਪੁਰਾਣੀ ਦੁਕਾਨ ਸੀਗੀ। ਕਿਉਂਕਿ ਪਹਿਲੀ ਲਾਈਨ ਵਿੱਚ ਆਪਾਂ ਕਹਿ ਸਕੀਏ ਕਿ ਉਹ ਲੈਗਡ ਐਨੀ ਮੋਡਰਨਿਟੀ, ਕਿ ਉਹਦੇ ਵਿੱਚ ਕੋਈ ਮਾਡਰਨ ਚੀਜ਼ ਨਹੀਂ, ਉਹ ਪੁਰਾਣੀ ਦੁਕਾਨ ਸੀਗੀ। ਦ ਵਾਲਸ ਆਫ ਦਿਸ ਸ਼ੌਪ ਵਰ covered with the pictures of goods, stands, hockey players, children and cheap prints of the Mona Lisa, national leaders, wedding couples. ठीक है, and Urdu calligraphy, the snow called Fujiyama and many others. ਸੋ ਜਦੋਂ ਆਪਾਂ ਕਿਸੇ ਦੀ ਦੁਕਾਨ 'ਤੇ ਜਾਂਦੇ ਤਾਂ ਉਸਨੇ ਉਸ ਤੋਂ ਰਿਲੇਟਡ ਕੁਛ ਨਾ ਕੁਛ ਲਗਾਇਆ ਹੁੰਦਾ। ਠੀਕ ਹੈ, ਸਪੋਜ਼ ਕਰ ਲਓ ਆਪਾਂ ਦਵਾਈਆਂ ਵਾਲੀ ਡਰੱਗ ਸਟੋਰ 'ਤੇ ਜੇਕਰ ਆਪਾਂ ਜਾਵਾਂਗੇ ਤਾਂ ਉੱਥੇ ਡਰੱਗਸ ਹੀ ਲੱਗੀਆਂ ਹੋਣਗੀਆਂ। ਠੀਕ ਹੈ, ਦਵਾਈਆਂ ਹੀ ਲੱਗੀਆਂ ਹੋਣਗੀਆਂ, ਮੈਡੀਸਿਨਸ ਹੀ ਲੱਗੀਆਂ ਹੋਣਗੀਆਂ ਤਰ੍ਹਾਂ ਤਰ੍ਹਾਂ ਦੀਆਂ। ਸੋ ਇਹ ਇੱਕ ਫਰੇਮ ਦੀ ਸੀਗੀ, ਡਿਫਰੈਂਟ ਫਰੇਮਸ ਦੀ ਸ਼ੌਪ ਸੀ। ਉਸੇ ਤਰੀਕੇ ਨਾਲ ਇੱਥੇ ਇਹਦੀ ਵਾਲਸ ਦੇ ਉੱਪਰ ਕੀ ਲੱਗਿਆ ਹੋਇਆ ਸੀ, ਪਿਕਚਰਸ ਆਫ ਗੋਡਸ, ਭਗਵਾਨਾਂ ਦੀ, ਸੈਂਟਸ, ਸਾਧੂਆਂ ਦੀ, ਹੋਕੀ ਪਲੇਅਰਸ। ਠੀਕ ਹੈ, ਚਿਲਡਰਨ ਹੈ ਨਾ, ਚੀਪ ਪ੍ਰਿੰਟਸ, ਮਤਲਬ ਕਿ ਤਰ੍ਹਾਂ ਦੀਆਂ ਉੱਥੇ ਤੁਸੀਂ 2-4 ਮਤਲਬ ਮੇਨਲੀ ਤੁਸੀਂ 3 ਤੋਂ 4-5 ਮਤਲਬ ਇਹਦੇ ਜੋ ਟੁਕਦੇ ਜਿਵੇਂ ਕਹਿ ਸਕਦੇ ਨੇ ਕਿ ਚੈਪਟਰ ਵਿੱਚ ਉਹ ਜੋ ਵਰਡ ਸੀਗੇ ਉਹ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਜ਼ਰੂਰੀ ਨਹੀਂ ਕਿ ਆਪਾਂ ਸਾਰੇ ਯਾਦ ਰੱਖਣੇ, 5 ਤੋਂ 6 ਬਹੁਤ ਨੇ। ਠੀਕ ਹੈ, ਨੈਸ਼ਨਲ ਲੀਡਰਸ, ਮੋਨਾਲੀਸਾ ਫੇਮਸ ਪਿਕਚਰ ਹੈ ਇੱਕ, ਵੈਡਿੰਗ ਕਪਲਸ, ਹਰ ਇੱਕ ਜਿਹੜੀ ਫੋਟੋਗ੍ਰਾਫਰਸ ਦੇ ਵਿੱਚ ਫੋਟੋਗ੍ਰਾਫਰਸ ਜਾਂ ਕਹਿ ਲਓ ਫਰੇਮ ਵਰਕਸ ਦੀ ਦੁਕਾਨਾਂ 'ਤੇ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੈ, ਉਹ ਸੀਗੀ। ਇਹ ਸਭ ਕੁਝ ਉੱਥੇ ਲਿਖਿਆ ਹੋਇਆ ਸੀ। ਸੋ ਇੱਕ ਐਗਜ਼ੈਕਟ ਦੁਕਾਨ ਨੂੰ ਦੇਖਦੇ ਹੋਏ ਆ ਸਾਰਾ ਹੀ ਜੋ ਡਿਸਕ੍ਰਾਈਬ ਹੈ ਐਗਜ਼ੈਕਟ ਇੱਕ ਸ਼ੌਪ ਦੀ ਤਰ੍ਹਾਂ ਹੀ ਹੈ। ਸੋ ਇਹ ਕੁਐਸਚਨ ਕਾਫੀ ਈਜ਼ੀ ਸੀਗਾ, 2-3 ਵਾਰੀ ਪੜ੍ਹ ਕੇ ਇਹਨੂੰ ਆਪਾਂ ਈਜ਼ੀਲੀ ਲਰਨ ਕਰ ਸਕਦੇ ਹਾਂ। ਸੋ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਵਟ ਹੈਡ ਦੱਤਾ ਲਰਨਡ ਫਰੋਮ ਹਿਜ਼ ਐਕਸਪੀਰੀਅੰਸ, ਹਾਊ ਵਾਜ਼ ਹਿਜ਼ ਨਿਊ ਕਸਟਮਰ ਡਿਫਰੈਂਟ ਫਰੋਮ ਦਾ ਓਲਡ ਵਨ। ਕਿ ਦੱਤਾ ਜਿਹੜਾ ਕਿ ਇਸ ਦੁਕਾਨ ਦਾ ਓਨਰ ਆ, ਉਹਨੇ ਕੀ ਐਕਸਪੀਰੀਅੰਸ ਕੀਤਾ ਆਪਣੇ ਇਹ ਵਾਲੇ ਕਸਟਮਰ ਦੇ ਵਿੱਚ ਜਿਹੜਾ ਉਹਦੇ ਕੋਲ ਆਉਂਦਾ ਸਟੋਰੀ ਵਿੱਚ। ਜਦੋਂ ਆਪਾਂ ਦੇਖਦੇ ਹਾਂ ਕਿ ਉਹ ਕਿਸੇ ਫੋਟੋ ਨੂੰ ਫਰੇਮ ਕਰਵਾਉਣ ਆਉਂਦਾ ਹੈ। ਠੀਕ ਹੈ, ਤਾਂ ਕਿੱਦਾਂ ਉਹਨੂੰ ਲੱਗਾ ਕਿ ਉਹ ਡਿਫਰੈਂਟ ਹੈ, ਕਿ ਆ ਉਹਨੂੰ ਕਿਹੜੇ ਡਿਫਰੈਂਟ ਕਸਟਮਰਸ ਦੇਖਣ ਨੂੰ ਮਿਲਦੇ ਆ। ਠੀਕ ਹੈ, ਦੱਤਾ had learned from his long experience that his customers never came punctually। ਕਿ ਦੱਤਾ ਨੇ ਇਹ ਮਤਲਬ ਮਹਿਸੂਸ ਕੀਤਾ ਕਿ ਜਿਹੜੇ ਉਹਦੇ ਕਸਟਮਰਸ ਹੈਗੇ ਆ ਉਹ ਪੰਕਚੁਅਲੀ ਨਹੀਂ ਆ। ਪੰਕਚੁਅਲੀ ਮਤਲਬ ਆਪਣੇ ਸਮੇਂ ਦੇ ਮਤਲਬ ਕਿ ਪੱਕੇ ਨਹੀਂ ਹੈਗੇ। ਠੀਕ ਹੈ, ਪੰਕਚੁਅਲ ਨਹੀਂ ਹੈਗੇ, ਟਾਈਮ ਸਿਰ ਨਹੀਂ ਪਹੁੰਚਦੇ ਕੋਈ ਵੀ ਚੀਜ਼ ਲੈਣ। ਦੇ ਕੇਮ in another day and went away disappointed or came months later। ठीक है, they came days in advance, sorry,
ਐਂਡ ਵੈਂਟ ਅਵੇ ਡਿਸਅਪॉइंटेड ਔਰ ਕੇਮ ਮੰਥਸ ਲੇਟਰ, ਯਾਨੀ ਕਿ ਜਾਂ ਤਾਂ ਕਈਆਂ ਵਾਰੀ ਉਹਦੇ ਕੋਲ ਬਹੁਤ ਜਲਦੀ ਪਹੁੰਚ ਜਾਂਦੇ ਨੇ, ਠੀਕ ਹੈ, ਉਸ ਤੋਂ ਬਾਅਦ ਡਿਸਅਪॉइंटेड ਹੋ ਕੇ ਚਲ ਜਾਂਦੇ ਨੇ, ਉਸ ਤੋਂ ਬਾਅਦ ਕਈਆਂ ਵਾਰੀ ਉਹ ਆਉਂਦੇ ਨਹੀਂ ਹੈ, ਠੀਕ ਹੈ। ਐਂਡ ਸਮ ਨੈਵਰ ਟਰਨਡ ਅਪ ਐਟ ਆਲ and their pictures lay unclaimed in a box gathering dust and feeding cockroaches and silverfish, ਕਿ ਜਾਂ ਤਾਂ ਕਈ ਬਿਲਕੁਲ ਹੀ ਆਪਣੀ ਫੋਟੋਜ਼ ਵਗੈਰਾ ਖਿਚਵਾ ਕੇ ਹੈ ਨਾ ਸਭ ਕੁਝ ਕਰਕੇ ਲੈ ਜਾਣਾ ਹੀ ਭੁੱਲ ਜਾਂਦੇ ਨੇ ਬਿਨਾਂ ਪੇਮੈਂਟ ਦਿੱਤੇ ਹੋਏ, ਠੀਕ ਹੈ। ਤੁਹਾਡਾ ਇੱਕ ਜੋ ਹੈ ਜੋ ਵੀ ਤੁਸੀਂ ਆਰਡਰ ਦਿੱਤਾ ਹੈ ਸ਼ੌਪ ਦਾ ਓਨਰ ਬਣਾ ਕੇ ਬੈਠਾ ਹੋਇਆ, ਹੁਣ ਤੁਸੀਂ ਭੁੱਲ ਜਾਂਦੇ ਹੋ ਨਾ, ਤੇ ਦੇਖੋ ਉਸਦੀ ਮਿਹਨਤ ਵੀ ਬੇਕਾਰ ਜਾਂਦੀ ਹੈ, ਨਾ ਤੇ ਤੁਸੀਂ ਉਹਨੂੰ ਪੇ ਵੀ ਨਹੀਂ ਕਰਕੇ ਜਾਂਦੇ। ਸੋ ਉਹ ਚੀਜ਼ ਕੀ ਬਣ ਜਾਂਦੀ, ਸਿਰਫ ਫਿਰ ਇੱਕ ਸਿਰਫ ਧੂਲ ਮਿੱਟੀ ਖਾਣ ਲਈ ਸਿਰਫ ਉਹ ਚੀਜ਼ ਬਣ ਜਾਂਦੀ ਹੈ, ਠੀਕ ਹੈ। ਉਹਦੇ ਉੱਤੇ ਡਸਟ, ਗੈਦਰਿੰਗ ਡਸਟ, ਠੀਕ ਹੈ, ਡਸਟ ਇਕੱਠੀ ਹੋ ਜਾਂਦੀ ਹੈ, ਅਤੇ ਫੀਡਿੰਗ ਕੋਕਰੇਚਸ, ਕਿ ਕੋਕਰੋਚ ਲਈ ਖਾਣ ਲਾਇਆ ਉਹਨਾਂ ਲਈ ਇੱਕ ਸਿੱਧੀ ਤਰ੍ਹਾਂ ਕਹਿ ਦਿਓ ਕਿ ਉਹਨਾਂ ਲਈ ਖਾਣ ਦਾ ਖਾਣਾ ਬਣ ਜਾਂਦਾ ਹੈ, ਠੀਕ ਹੈ। ਕਿ ਕਹਿਣ ਦਾ ਮਤਲਬ ਕਿ ਉਹ ਬੁਰੀ ਹਾਲਤ ਵਿੱਚ ਉਹ ਸਾਰੀਆਂ ਪਿਕਚਰਸ ਪਈਆਂ ਹੁੰਦੀਆਂ ਨੇ, ਠੀਕ ਹੈ, ਕਿਉਂਕਿ ਓਨਰ ਦੇ ਕਿਸ ਕੰਮ ਦੀਆਂ, ਉਹਨਾਂ ਨੂੰ ਤਾਂ ਤੁਸੀਂ ਆਰਡਰ ਦੇ ਦਿੱਤਾ ਅਤੇ ਜਸਟ ਉਹਨੇ ਬਣਾ ਦਿੱਤਾ। ਹੁਣ ਤੁਹਾਡਾ ਕੰਮ ਹੈ ਕਿ ਤੁਸੀਂ ਪੰਕਚੁਅਲੀ ਆਓ, ਆਪਣਾ ਆਰਡਰ ਲੈ ਕੇ ਜਾਓ ਅਤੇ ਪੇ ਕਰੋ, ਠੀਕ ਹੈ। ਸੋ ਬਿਲਕੁਲ ਜਿੱਦਾਂ ਆਪਾਂ ਇੱਕ ਸ਼ੌਪ ਦਾ ਓਨਰ ਹੋਣ ਦੇ ਨਾਤੇ ਆਪਾਂ ਅਗਰ ਉਹਨਾਂ ਦੇ ਐਕਸਪੀਰੀਅੰਸ ਨੂੰ, ਉਹਨਾਂ ਦੇ ਵੇ ਨੂੰ ਅਗਰ ਜੇਕਰ ਆਪਾਂ ਮਹਿਸੂਸ ਕਰੀਏ ਤਾਂ ਬਿਲਕੁਲ ਇਹ ਬਿਲਕੁਲ ਢੁਕਵੀਂ ਗੱਲ ਹੈਗੀ ਕਿ ਕਾਫੀ ਸਾਰੇ ਕਸਟਮਰਸ ਇੱਦਾਂ ਕਰਦੇ ਨੇ, ਠੀਕ ਹੈ। ਸੋ ਔਨ ਦਾ contrary, ਦੱਤਾ ਨਿਊ ਕਸਟਮਰ had come 4 days earlier than he scheduled date to collect his grandfather framed portrait, ਜਦਕਿ ਦੱਤਾ ਦਾ ਜਿਹੜਾ ਨਿਊ ਕਸਟਮਰ ਆਉਂਦਾ, ਜਿੱਦਾਂ ਕਿ ਆਪਾਂ ਸਟੋਰੀ ਵਿੱਚ ਪੜ੍ਹਦੇ ਹਾਂ, ਉਹ ਨਾ ਬੜਾ ਪੰਕਚੁਅਲੀ ਨਿਕਲਦਾ ਹੈ, ਠੀਕ ਹੈ। ਉਹ 4 ਦਿਨ ਪਹਿਲਾਂ ਹੀ ਆ ਜਾਂਦਾ ਹੈ ਅਤੇ ਦੇਖਦਾ ਹੈ ਕਿ ਜੋ ਮੇਰੇ ਗ੍ਰੈਂਡਫਾਦਰ ਦੀ ਜੋ ਮੈਂ ਉਹਨੂੰ ਫਰੇਮ ਕਰਨ ਲਈ ਪੋਰਟਰੇਟ ਦਿੱਤਾ ਹੋਇਆ ਸੀ ਕਿ ਉਹ ਉਹਨੂੰ ਫਰੇਮ ਕਰ ਦਿੰਦਾ ਹੈ, ਠੀਕ ਹੈ। ਸੋ ਇਹ ਸੀਗਾ ਦੱਤਾ ਦਾ ਸਾਰਾ ਐਕਸਪੀਰੀਅੰਸ, ਠੀਕ ਹੈ। ਸੋ ਇਹ ਵੀ ਈਜ਼ੀ ਕੁਐਸਚਨ ਹੈ, ਕੋਈ ਨਹੀਂ ਡਰਨ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਹੋਰ ਧੀਰੇ ਧੀਰੇ ਆਪਾਂ ਜਦੋਂ ਕਰਾਂਗੇ ਤਾਂ ਆਫਕੋਰਸ ਆਪਾਂ ਕਰ ਲਾਂਗੇ, ਬਟ ਕਈ ਬੱਚਿਆਂ ਕੋ ਹੈ ਨਾ ਜਲਦੀ ਵਿੱਚ ਲਰਨ ਨਹੀਂ ਹੋ ਸਕਦਾ, ਅਤੇ ਤੁਸੀਂ ਮੇਨਲੀ ਇਹਦੇ 'ਚ ਤਾਂ ਵੈਸੇ ਇੰਨੀਆਂ ਲਾਈਨ ਹੈ ਨਹੀਂ, ਬਟ ਮੇਨਲੀ ਤੁਸੀਂ ਲਿਖਣ ਦੀ ਕੋਸ਼ਿਸ਼ ਕਰੋ, ਠੀਕ ਹੈ। ਤੁਹਾਡੀ ਇੰਗਲਿਸ਼ ਜਿਹੜੀ ਆ ਬਿਲਕੁਲ ਪਰਫੈਕਟ ਹੋਣੀ ਚਾਹੀਦੀ ਆ, ਕੋਈ ਸੈਂਸ ਬਣਦੀ ਹੋਣੀ ਚਾਹੀਦੀ ਆ। ਚਾਹੇ ਤੁਸੀਂ ਇੱਕ ਕੁਐਸਚਨ ਵਿੱਚੋਂ ਮੰਨ ਲਓ ਜਲਦੀ ਜਲਦੀ ਦੇ ਵਿੱਚ ਭਾਵੇਂ ਤੁਸੀਂ ਸਿਰਫ 2 ਤੋਂ 3 ਲਾਈਨਾਂ ਹੀ ਲਿਖ ਆਵੋ ਇਨ ਲੌਂਗ ਕੁਐਸਚਨਸ ਦੇ ਵਿੱਚ, ਅਗਰ ਜਲਦੀ ਜਲਦੀ ਦੇ ਵਿੱਚ ਮੰਨ ਲਓ ਅਗਰ ਲੌਂਗ ਕੁਐਸਚਨਸ ਦੇ ਵਿੱਚ ਤੁਸੀਂ 4 to 5 ਜਾਂ ਵੱਧ ਤੋਂ ਵੱਧ 6 ਲਾਈਨਸ ਵੀ ਲਿਖ ਆਉਂਦੇ ਹੋ, 7 to 8 ਤੱਕ ਤੋਂ ਲੈ ਕੇ, ਠੀਕ ਹੈ। ਵੈਸੇ ਇੰਨੀ ਲਾਈਨਸ ਕਈ ਵਾਰੀ ਨਹੀਂ ਬੱਚੇ ਲਰਨ ਕਰ ਪਾਉਂਦੇ, ਤਾਂ ਤੁਸੀਂ 6 ਲਾਈਨਸ ਮਿਨੀਮਮ ਵੀ ਲਿਖ ਲਓਗੇ ਅਤੇ ਬਹੁਤ ਹੈ। ਬਸ਼ਰਤੇ ਤੁਹਾਨੂੰ ਇੰਗਲਿਸ਼ ਕਰੈਕਟ ਹੋਣੀ ਚਾਹੀਦੀ, ਬਿਲਕੁਲ ਕੋਈ ਸੈਂਸ ਬਣਦੀ ਹੋਣੀ ਚਾਹੀਦੀ ਹੈ। ਇਹ ਸਿਰਫ ਉਹਨਾਂ ਬੱਚੇ ਲਈ ਜੋ ਕਰ ਲੈਂਦੇ ਨੇ ਉਹਨਾਂ ਨੂੰ ਤਾਂ ਬੇਰੀ ਸਾਰਾ ਕਰੋ, ਕਿਉਂਕਿ ਤੁਸੀਂ ਪੋਜੀਸ਼ਨ ਬਣਾਉਣੀ ਹੈ, ਤੁਸੀਂ ਕੁਛ ਗੇਨ ਕਰਨਾ ਹੈ, ਠੀਕ ਹੈ। ਕਈ ਬੱਚੇ ਨਹੀਂ ਕਰ ਪਾਉਂਦੇ, ਅਸੀਂ ਦੇਖਦੇ ਹਾਂ, ਬਟ ਕੋਈ ਨਹੀਂ, ਇਹ ਨਹੀਂ ਕਿ ਅਸੀਂ ਨਹੀਂ ਕਰ ਪਾਉਂਦੇ ਅਤੇ ਅਸੀਂ ਆਪਣੀ ਇਸ ਕਮਜ਼ੋਰੀ ਨੂੰ ਢਾਲ ਹੀ ਬਣਾ ਲੈਣਾ। ਤੁਸੀਂ ਅੱਗੇ ਵਧੋ, ਠੀਕ ਹੈ, ਧੀਰੇ ਧੀਰੇ ਤੁਸੀਂ ਵੀ ਕਰਨ ਲੱਗ ਪਓਗੇ, ਠੀਕ ਹੈ। ਕੋਈ ਨਹੀਂ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ, ਠੀਕ ਹੈ। ਸੋ ਜ਼ਿਆਦਾ ਆਪਾਂ ਇਸ ਚੀਜ਼ ਨੂੰ ਹਵਾ ਨਹੀਂ ਬਣਾ ਦੇਣਾ ਕਿ ਨਹੀਂ ਮੇਰੇ ਕੋਲ ਨਹੀਂ ਹੋ ਰਿਹਾ, ਤੁਸੀਂ ਕਰ ਸਕਦੇ ਹੋ, ਠੀਕ ਹੈ। 2-3 ਵਾਰੀ ਚੀਜ਼ ਨੂੰ ਪੜ੍ਹੋ, ਤੁਹਾਨੂੰ ਯਾਦ ਹੋ ਜਾਏਗਾ। ਸੋ ਹੁਣ ਆਪਾਂ ਥਰਡ ਕੁਐਸਚਨਸ ਵੱਲ ਵਧਦੇ ਹਾਂ ਕਿ ਵਟ ਇੰਪ੍ਰੈਸ਼ਨ ਡੂ ਯੂ ਗੈਦਰ ਅਬਾਊਟ ਦੱਤਾ ਦਾ ਫਰੇਮਵਰਕ, ਕਿ ਜਦੋਂ ਆਪਾਂ ਸਟੋਰੀ ਪੜ੍ਹਦੇ ਹਾਂ ਤਾਂ ਦੱਤਾ ਨੇ ਸਾਡੇ ਉੱਤੇ ਕੀ ਪ੍ਰਭਾਵ ਪਾਇਆ, ਫਰੇਮ ਮੇਕਰ ਨੂੰ, ਹੈ ਨਾ, ਉਹ ਇੱਕ ਫਰੇਮ ਮੇਕਰ ਹੈ ਅਤੇ ਤੁਸੀਂ ਕੀ ਪ੍ਰਭਾਵ ਪਾਇਆ। ਵੈਸੇ ਤਾਂ ਸਟੋਰੀ ਕਾਫੀ ਇੰਟਰਸਟਿੰਗ ਹੈਗੀ ਆ। ਸੋ ਦਾ ਆਨਸਰ ਇਜ਼ ਦੱਤਾ ਵਾਜ਼ ਅ ਫਰੇਮ ਮੇਕਰ, ਹੀ ਵਾਜ਼ ਅ ਸਾਇਲੈਂਟ ਹਾਰਡ ਵਰਕਿੰਗ ਮੈਨ, ਯਾਨੀ ਕਿ ਉਹ ਚੁੱਪ ਚਾਪ ਕੰਮ ਕਰਨ ਵਾਲਾ ਬੰਦਾ ਸੀਗਾ, ਠੀਕ ਹੈ। ਜ਼ਿਆਦਾ ਉਹਨੂੰ ਬੋਲਣਾ ਪਸੰਦ ਨਹੀਂ ਸੀਗਾ। ਹੀ ਵਾਜ਼ ਅ ਸਾਇਲੈਂਟ ਹਾਰਡ ਵਰਕਿੰਗ ਮੈਨ, ਹੀ ਵਾਜ਼ always seen sitting hunched up doing some work or the other, ਯਾਨੀ ਕਿ ਚੁੱਪਚਾਪ ਬੈਠਾ ਹੋਇਆ, ਹੰਚਡ ਯਾਨੀ ਕਿ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਮਗਨ ਹੋ ਜਾਣਾ, ਜਿਹਨੂੰ ਆਪਾਂ ਕਹਿੰਦੇ ਨਾ, ਉਹ ਕੰਮ ਕਰਦਾ ਹੋਇਆ, ਉਹ ਇੱਕ ਮਤਲਬ ਇੱਕ ਐਸਾ ਇਨਸਾਨ ਸੀਗਾ ਕਿ ਚੁੱਪਚਾਪ ਆਪਣਾ ਕੰਮ ਕਰਦਾ ਸੀਗਾ। ਹੀ ਵਾਜ਼ ਐਨ ਇੰਟਰੋਵਰਟ ਕੀ ਮਤਲਬ ਉਹ ਅੰਤਰਮੁਖੀ ਸੀਗਾ, ਮਤਲਬ ਕਿ ਚੁੱਪਚਾਪ ਰਹਿਣ ਵਾਲਾ ਸੀ। ਕਈ ਹੁੰਦੇ ਜਿਹੜੇ ਚੁੱਪ ਰਹਿੰਦੇ ਨੇ, ਠੀਕ ਹੈ, ਉਹ ਇੰਟਰੋਵਰਟ ਹੁੰਦੇ ਨੇ, ਅਤੇ ਐਕਸਟਰੋਵਰਟ ਉਹ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਕਾਫੀ ਖੁੱਲ੍ਹਾ ਸੁਭਾਅ ਹੁੰਦਾ ਹੈ, ਠੀਕ ਹੈ। ਸੋ 2 ਤਰ੍ਹਾਂ ਦੇ ਪਰਸਨ ਹੁੰਦੇ ਨੇ, ਇੱਕ ਹੁੰਦੇ ਨੇ ਇੰਟਰੋਵਰਟ ਅਤੇ ਇੱਕ ਹੁੰਦੇ ਨੇ ਐਕਸਟਰੋਵਰਟ, ਠੀਕ ਹੈ। ਸੋ ਦੱਤਾ ਜੋ ਸੀਗਾ ਫਰੇਮ ਵਰਕਰ, ਉਹ ਸੀਗੇ ਇੰਟਰੋਵਰਟ। He did not allow his casual friends to visit his shop and indulge him in idle gossips, ਠੀਕ ਹੈ। indulge means ਕਿ
ਜਿੱਦਾਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਮਤਲਬ ਲਗਾ ਦੇਣਾ, ਮਤਲਬ ਕਿ ਗੱਲਾਂ ਦੇ ਵਿੱਚ ਲਗਾ ਦੇਣਾ, ਠੀਕ ਹੈ, ਕਿ ਉਹਨੂੰ ਆਪਣੇ ਕੈਜੂਅਲ ਫਰੈਂਡਸ ਨੂੰ ਆਪਣੀ ਸ਼ੌਪ ਦੇ ਉੱਤੇ ਮਤਲਬ ਬੈਠ ਕੇ ਨਾ ਗੌਸਿਪਸ ਵਗੈਰਾ ਗੱਪੇ ਵਗੈਰਾ ਮਾਰਨਾ ਉਹਨੂੰ ਪਸੰਦ ਨਹੀਂ ਸੀਗਾ, ਠੀਕ ਹੈ, ਜਿੱਦਾਂ ਕਿ ਆਮ ਆਪਾਂ ਸ਼ੌਪਸ ਵਗੈਰਾ 'ਤੇ ਦੇਖਦੇ ਹਾਂ। ਹੀ ਗੇਵ ਵੈਰੀ ਬਰੀਫ ਆਨਸਰ ਟੂ ਦਾ ਕੁਐਸਚਨ ਹਿਸ ਕਸਟਮਰ ਆਸਕਡ, ਯਾਨੀ ਕਿ ਉਹ ਕਾਫੀ ਸਟੀਕ ਅਤੇ ਬਿਲਕੁਲ ਉਪਯੁਕਤ ਆਨਸਰ ਦਿੰਦਾ ਸੀਗਾ ਆਪਣੇ ਕਸਟਮਰਸ ਦੇ ਸਵਾਲਾਂ ਦਾ। ਦੱਤਾ ਵਾਜ਼ ਵੈਰੀ ਕੈਲੋਲਸ, ਠੀਕ ਹੈ, ਯਾਨੀ ਕਿ ਉਹ ਕਾਫੀ ਜ਼ਿਆਦਾ, ਕੈਲੋਲਸ ਦਾ ਮਤਲਬ ਹੁੰਦਾ ਹੈ ਕਠੋਰ, ਠੀਕ ਹੈ, ਕਠੋਰ ਉਹ ਕਿਉਂ ਸੀਗਾ? ਨੈਕਸਟ ਲਾਈਨ 'ਤੇ ਦੇਖੋ, ਹੀ ਡਿਡ ਨੋਟ ਪੇ ਐਨੀ attention to what the customer was saying so respectfully about the greatness of his grandfather, ਕਿਉਂਕਿ ਜਦੋਂ ਆਪਾਂ ਸਟੋਰੀ ਪੜ੍ਹਦੇ ਹਾਂ ਤਾਂ ਬੇਸ਼ੱਕ ਸਾਨੂੰ ਯਾਦ ਹੋਏਗਾ ਕਿ ਉਹ ਕਿੱਦਾਂ ਆਪਣੇ ਗ੍ਰੈਂਡਫਾਦਰ ਦੀ ਬੜੀ ਜ਼ਿਆਦਾ ਤਾਰੀਫ ਕਰਦਾ ਵਾ, ਜਿਹੜਾ ਬੰਦਾ ਉਸਨੂੰ ਗ੍ਰੈਂਡਫਾਦਰ ਦੀ ਮਤਲਬ ਆਪਣੀ ਪੋਰਟਰੇਟ ਦੇਣ ਲਈ ਆਉਂਦਾ ਹੈ, ਇਹ ਉਹੀ ਬੰਦਾ ਸੀਗਾ ਜਿਹੜੇ ਕਿ ਆਪਣੇ ਗ੍ਰੈਂਡਫਾਦਰ ਦੀ ਕਾਫੀ ਤਾਰੀਫ ਮਤਲਬ ਕਰਦਾ ਹੈ ਅਤੇ ਬਿਲਕੁਲ ਮਤਲਬ ਚੁੱਪ-ਚਾਪ ਸੁਣੀ ਜਾਂਦਾ, ਕੋਈ ਮਤਲਬ ਜ਼ਿਆਦਾ ਕੋਈ ਗੱਲ ਨਹੀਂ ਕਰਦਾ। ਨਹੀਂ ਤਾਂ ਅਗਰ ਆਪਾਂ ਕਿ ਕੋਈ ਬਹੁਤ ਜ਼ਿਆਦਾ ਵਿਆਕੁਲ ਹੈ, ਜਿਹਨੂੰ ਆਪਾਂ ਕਹਿੰਦੇ ਨਾ ਕਿ ਬਹੁਤ ਜ਼ਿਆਦਾ ਜਿਗਿਆਸੂ ਆ, ਹਿੰਦੀ ਦੇ ਵਿੱਚ ਆਪਾਂ ਕਹਦੇ ਕਿ ਜਿਹੜਾ ਬਹੁਤ ਜ਼ਿਆਦਾ ਉਤਸੁਕ ਹੈ ਇਸ ਚੀਜ਼ ਨੂੰ ਲੈਣ ਲਈ, ਉਹ ਸਿਰਫ ਉਹਨਾਂ ਹੀ ਬੰਦਿਆਂ ਦਾ ਫੋਟੋਗ੍ਰਾਫਸ ਨੂੰ ਫਰੇਮਡ ਕਰਦਾ ਸੀਗਾ। ਓਨਲੀ ਦੋਜ਼ ਕਸਟਮਰਸ ਹੂ ਫੈਲਟ ਵਰ ਈਗਰ ਟੂ ਗੈਟ ਦਾ ਫੋਟੋਗ੍ਰਾਫਸ ਫਰੇਮਡ, ਇਹ ਕਾਫੀ ਇੰਪੋਰਟੈਂਟ ਲਾਈਨ ਹੈ ਕਿ ਸਿਰਫ ਉਹਨਾਂ ਬੰਦਿਆਂ ਦਾ ਹੀ ਫਰੇਮ ਤਿਆਰ ਕਰਕੇ ਰੱਖਦਾ ਸੀ। ਦੋ diligent in the first part of the story, he created doubt in the minds of the readers by cheating the customer. Had he accepted his fault humbly, he could have earned more respect from the readers. So ਆਪਾਂ ਦੇਖਦੇ ਹਾਂ ਕਿ ਉਹ ਕਾਫੀ ਮਤਲਬ ਫਸਟ ਜਦੋਂ ਆਪਾਂ ਸਾਰੀ ਸਟੋਰੀ ਜਦੋਂ ਆਪਾਂ ਮਤਲਬ ਕਿ ਇੱਥੋਂ ਤੱਕ ਜਦੋਂ ਆਪਾਂ ਕੁਐਸਚਨਸ ਨੂੰ ਦੇਖਦੇ ਹਾਂ ਤਾਂ ਉਹ ਸਾਨੂੰ ਕਾਫੀ ਮਿਹਨਤੀ ਜਿਹਾ ਲੱਗਦਾ ਹੈ, ਭਾਵੇਂ ਉਹ ਜਿਸਦਾ ਵੀ ਮਰਜ਼ੀ ਉਹਦਾ ਬਿਹੇਵੀਅਰ ਹੈ, ਠੀਕ ਹੈ। ਥੋੜ੍ਹੀ ਜਦੋਂ ਆਪਾਂ ਸਟੋਰੀ ਵਿੱਚ ਦੇਖਦੇ ਹਾਂ ਕਿ ਕਿੱਦਾਂ ਗਮ ਮਤਲਬ ਅਚਾਨਕ ਉਹ ਰੁੜ ਜਾਂਦੀ ਹੈ ਉਹਦੀ ਫੋਟੋਜ਼ ਦੇ ਉੱਤੇ, ਹੈ ਨਾ, ਸੋ ਉਹਦੀ ਜੋ ਪਿਕਚਰਸ ਹੈ ਉਹਦੇ ਗ੍ਰੈਂਡਫਾਦਰ ਦੀ ਉਹ ਥੋੜ੍ਹੀ ਜਿਹੀ ਨਾ ਖ਼ਰਾਬ ਹੋ ਜਾਂਦੀ ਹੈ, ਮੈਸ਼ ਹੋ ਜਾਂਦੀ ਹੈ, ਤਾਂ ਕਿੱਦਾਂ ਉਸ ਚੀਜ਼ ਨੂੰ ਬੜੀ ਚਲਾਕੀ ਦੇ ਨਾਲ ਕਵਰ ਕਰ ਲੈਂਦਾ ਹੈ, ਠੀਕ ਹੈ। ਸੋ ਇਹ ਚੀਜ਼ ਹੈ ਕਿ ਵਿੱਚ ਲਾਈਨ ਹੈ ਕਿ ਕਈਆਂ ਵਾਰੀ ਸਾਡੇ ਰੀਡਰਸ ਨੂੰ ਕਿ ਸਾਨੂੰ ਇੱਦਾਂ ਲੱਗਦਾ ਕਿ ਜਿੱਦਾਂ ਉਹ ਆਪਣੇ ਕਸਟਮਰ ਦੇ ਨਾਲ ਚੀਟਿੰਗ ਕਰ ਲੈ, ਬਟ ਉਹ ਜਦੋਂ ਆਪਣੀ ਗਲਤੀ ਨੂੰ ਕਾਫੀ ਹੰਬਲੀ ਮਤਲਬ ਕਿ ਹੰਬਲ ਤਰੀਕੇ ਨਾਲ ਜਦੋਂ ਉਹਦੀ ਗਲਤੀ ਇੱਕਦਮ ਸਾਫ਼ ਸਾਹਮਣੇ ਵੀ ਆ ਜਾਂਦੀ ਹੈ ਅਤੇ ਪਤਾ ਵੀ ਨਹੀਂ ਚੱਲਦਾ, ਠੀਕ ਹੈ। ਸੋ ਉਹ ਸਾਡੇ ਰਿਸਪੈਕਟ ਮਤਲਬ ਕਿ ਸਾਡੇ ਰੀਡਰਸ ਦੇ ਅੰਦਰ ਕਾਫੀ ਸਾਰੀ ਰਿਸਪੈਕਟ ਦੀ ਭਾਵਨਾ ਜੋ ਹੈ ਪੈਦਾ ਕਰ ਦਿੰਦਾ ਹੈ, ਜੋ ਕਿ ਬਿਲਕੁਲ ਬਹੁਤ ਅੱਛਾ ਇੱਕ ਕੁਐਸਚਨ ਸੀਗਾ। ਸੋ ਹੁਣ ਅਸੀਂ ਆਪਣੇ ਨੈਕਸਟ ਲਾਸਟ ਕੁਐਸਚਨ ਉੱਤੇ ਚੱਲਾਂਗੇ। ਦੱਤਾ ਫਾਊਂਡ ਅ ਸੋਲਿਊਸ਼ਨ ਟੂ ਹਿਸ ਪ੍ਰੋਬਲਮ, ਡਿਡ ਇਟ ਵਰਕ ਫॉर ਹਿਮ, ਜਸਟੀਫਾਈ ਯੋਰ ਆਂਸਰ। A customer had given his grandfather photograph to Datta to get it framed with the best frame, ਠੀਕ ਹੈ। ਸਿੰਪਲ ਜੀ ਕਹਾਣੀ ਹੈ ਸੀਗਾ ਕਿ ਦੱਤਾ ਮਤਲਬ ਇੱਕ ਫਰੇਮਵਰਕ ਸੀਗਾ। ਇੱਕ ਵਾਰੀ ਕੀ ਹੁੰਦਾ ਹੈ ਕਿ ਇਹਦੇ ਕੋਲ ਕੋਈ ਕਸਟਮਰ ਆਉਂਦਾ ਹੈ ਆਪਣੀ ਗ੍ਰੈਂਡਫਾਦਰ ਦੀ, ਉਹੀ ਕਸਟਮਰ ਸੀਗਾ ਕਿ ਜਿਹੜੇ ਆਪਣੇ ਗ੍ਰੈਂਡਫਾਦਰ ਵਗੈਰੇ ਮਤਲਬ ਪੋਰਟਰੇਟ ਨੂੰ ਫਰੇਮ ਕਰਨ ਆਉਂਦਾ ਸੀਗਾ ਅਤੇ ਜਿਹੜੇ ਆਪਣੇ ਗ੍ਰੈਂਡਫਾਦਰ ਦੀ ਤਾਰੀਫ ਕਰਦਾ ਸੀਗਾ, ਠੀਕ ਹੈ, ਸੇਮ ਉਹੀ ਪਰਸਨ ਸੀਗਾ ਇਹ। ਅਨਫੋਰਚੂਨੇਟਲੀ Datta damaged the photograph of dropping white animal paint on it accidentally, ਠੀਕ ਹੈ। ਉਹ ਵਾਈਟ ਐਨੀਮਲ ਪੇਂਟ ਸੀਗਾ ਜਿਹੜਾ ਕਿ ਉਹਦੇ ਕੋਲ ਅਚਾਨਕ ਹੀ ਕੰਮ ਕਰਦਾ ਹੋਇਆ ਮਤਲਬ ਅਚਾਨਕ ਹੀ ਐਕਸੀਡੈਂਟਲੀ ਉਹਦੇ ਕੋਲ ਮਤਲਬ ਇਹ ਚੀਜ਼ ਡਿੱਗ ਜਾਂਦੀ ਹੈ ਉਸ ਬੰਦੇ ਦੇ ਗ੍ਰੈਂਡਫਾਦਰ ਦੀ ਪੋਰਟਰੇਟ ਦੇ ਉੱਤੇ, ਠੀਕ ਹੈ। ਹੀ ਗੋਟ ਸਕੈਰਡ ਬਟ ਹੀ ਡਿਸਾਈਡਡ to frame a photograph resembling closely to the photograph of the customer grandfather and pass it on to him. ਉਹ ਥੋੜ੍ਹਾ ਜਿਹਾ ਮਤਲਬ ਡਰ ਜਾਂਦਾ ਹੈ, ਬਿਲਕੁਲ ਹੈਰਾਨ ਹੋ ਜਾਂਦਾ ਹੈ ਕਿ ਹੁਣ ਮੈਂ ਕੀ ਕਰਾਂ, ਬਟ ਉਹ ਡਿਸਾਈਡ ਕਰਦਾ ਹੈ ਕਿ ਹੁਣ ਉਹ ਕਿਸੇ ਤਰੀਕੇ ਨਾਲ ਇਸ ਫੋਟੋਗ੍ਰਾਫ ਨੂੰ ਰਿਜ਼ੈਂਬਲਿੰਗ ਕਰੇਗਾ, ਠੀਕ ਹੈ, ਬਹੁਤ ਹੀ ਅੱਛੇ ਤਰੀਕੇ ਨਾਲ, ਅਤੇ ਉਹ ਕਸਟਮਰ ਨੂੰ ਦੇ ਦੇਗਾ, ਠੀਕ ਹੈ। ਸੋ ਹੀ ਡਿਡ ਇਟ, ਉਹਨੇ ਇਹ ਕੰਮ ਕੀਤਾ, ਇਟ ਵਰਕਡ ਫॉर ਹਿਮ, ਉਹਦੀ ਇਹ ਜੋ ਚਲਾਕੀ ਸੀਗੀ ਜਾਂ ਕਹਿ ਲਓ ਥੋੜ੍ਹੀ ਜਿਹੀ ਉਹਦੀ ਸਮਝਦਾਰੀ ਸੀਗੀ, ਇੱਕ ਫੋਟੋਗ੍ਰਾਫ ਇੱਕ ਸ਼ੌਪ ਓਨਰ ਹੋਣ ਦੇ ਨਾਤੇ, ਸੋ ਉਹਦਾ ਇਹ ਚੀਜ਼ ਜੋ ਹੈ ਕੰਮ ਕਰ ਗਈ। ਦਾ ਫੋਟੋਗ੍ਰਾਫ ਲੁਕਡ ਅਟਰੈਕਟਿਵ ਇਨ ਦਾ ਗੋਲਡ ਫਰੇਮ, ਠੀਕ ਹੈ, ਉਹ ਉਸਦੇ ਉੱਤੇ ਗੋਲਡ ਫਰੇਮ ਕਰ ਦਿੰਦਾ, ਜਦ ਕਿ ਸਟੋਰੀਜ਼ ਵਿੱਚੋਂ ਕੁਛ ਹੋਰ ਸ਼ੇਪ ਦਾ ਆਈ ਥਿੰਕ ਉਹ ਕਹਿੰਦਾ ਹੈ। ਸੋ ਉਹ ਜੋ ਫੋਟੋਗ੍ਰਾਫ ਮਤਲਬ ਕਿ ਜੋ ਓਨਰ ਹੈ ਉਹ ਫੋਟੋ ਨੂੰ ਮਤਲਬ ਗੋਲਡ ਫਰੇਮ ਕਰ ਦਿੰਦਾ ਹੈ, ਜਦ ਕਿ ਜੋ ਉਸ
ਜੋ ਗ੍ਰੈਂਡਫਾਦਰ ਦੀ ਉਹ ਫੋਟੋ ਫਰੇਮ ਕਰਵਾਉਣਾ ਚਾਹੁੰਦਾ ਸੀ ਕਸਟਮਰ, ਉਹ ਕੋਈ ਹੋਰ ਸ਼ੇਪ ਦਾ ਮੰਗਦਾ ਸੀਗਾ। ਬਟ ਜਦੋਂ ਇੰਨਾ ਸੋਹਣਾ ਫਰੇਮ ਦੇਖਦਾ ਹੈ, ਗੋਲਡ ਫਰੇਮ, ਠੀਕ ਹੈ, ਦੱਤਾਂ ਦਾ ਬਣਾਇਆ ਹੋਇਆ, ਅਤੇ ਉਹ ਕਾਫੀ ਜ਼ਿਆਦਾ ਮਤਲਬ ਖੁਸ਼ ਹੋ ਜਾਂਦਾ ਹੈ। ਸੋ ਉਹ ਇੰਨੀ ਗੱਲ ਭੁੱਲ ਹੀ ਜਾਂਦਾ ਹੈ ਕਿ ਮੈਂ ਤਾਂ ਉਹਨੂੰ ਕੋਈ ਹੋਰ ਚੀਜ਼ ਕਹੀ ਸੀਗੀ, ਕੋਈ ਹੋਰ ਸ਼ੇਪ ਦਾ ਕਿਹਾ ਸੀਗਾ। ਠੀਕ ਹੈ, ਸਟੋਰੀ 'ਚ ਕੁਐਸਚਨ 'ਚ ਤੁਸੀਂ ਦੇਖੋ, ਵੈਨ ਦਾ ਕਸਟਮਰ ਕੇਮ ਫॉर द ਫੋਟੋਗ੍ਰਾਫ ਦੱਤਾ ਹੈਂਡ ਇਟ ਓਵਰ ਟੂ ਹਿਮ ਵਿਦ ਦ ਪਾਊਂਡਿੰਗ ਹਾਰਟ, ਕਿ ਉਹ ਮਤਲਬ ਜੈਸੇ ਤੈਸਾ ਕਰਕੇ ਉਹਨੂੰ ਦੇ ਤੇ ਦਿੰਦਾ ਹੈ। ਠੀਕ ਹੈ, ਕਿ ਬਿਲਕੁਲ ਦੇ ਮਤਲਬ ਕਿ ਧੜਕ ਡਰ ਦੇ ਨਾਲ ਉਸ ਚੀਜ਼ ਆਪਣੇ ਉਸ ਫੋਟੋ ਨੂੰ, ਉਸ ਫੋਟੋਗ੍ਰਾਫ ਨੂੰ ਦੇ ਤੇ ਦਿੰਦਾ ਹੈ ਕਸਟਮਰ ਨੂੰ। ਦ ਕਸਟਮਰ ਵਾਜ਼ ਸੋ ਵੰਡਰ ਸਟਰਕ ਬਾਈ ਦ ਗ੍ਰੈਂਡਫਾਦਰ ਆਫ ਦ ਗਲੀਟਰਿੰਗ ਫਰੇਮ ਦੈਟ ਦ ਬਿਕੇਮ ਸਪੀਚਲੈਸ, ਕਿ ਉਹ ਮਤਲਬ ਬਾਅਦ ਦੇ ਵਿੱਚ ਜਦੋਂ ਗੋਲਡ ਵਰਕ ਫਰੇਮ ਜਦੋਂ ਦੇਖਦਾ ਹੈ ਆਪਣੇ ਦਾਦਾ ਜੀ ਦੀ ਫੋਟੋ, ਉਸ ਪੋਰਟਰੇਟ ਨੂੰ ਉਸ ਫਰੇਮ ਦੇ ਵਿੱਚ, ਤਾਂ ਉਹ ਕਾਫੀ ਜ਼ਿਆਦਾ ਸਪੀਚਲੈਸ ਹੋ ਜਾਂਦਾ ਹੈ। ਉਹ ਇੰਨਾ ਬਿਊਟੀਫੁਲ ਫਰੇਮ ਹੁੰਦਾ ਹੈ ਕਿ ਉਹ ਭੁੱਲ ਜਾਂਦਾ ਹੈ ਕਿ ਮੈਂ ਉਹਨੂੰ ਕਿਸੇ ਹੋਰ ਸ਼ੇਪ ਦਾ ਫਰੇਮ ਕਿਹਾ ਸੀਗਾ। ਠੀਕ ਹੈ, ਹੀ ਕੁਡ ਨੋਟ ਡਿਸਕਵਰ ਦੈਟ ਦ ਫੋਟੋਗ੍ਰਾਫ ਵਾਜ਼ ਅ ਫੇਕ ਵਨ, ਕਿ ਉਹਦੇ ਵਿੱਚ ਫੋਟੋ ਵੀ ਕੋਈ ਹੋਰ ਲਗਾ ਦਿੰਦਾ ਹੈ। ਸੋ ਬਿਲਕੁਲ ਵੀ ਪਛਾਣ ਨਹੀਂ ਪਾਉਂਦਾ ਕਿ ਇਹ ਜਿਹੜੀ ਫੋਟੋ ਹੈ ਨਕਲੀ ਹੈ। ਠੀਕ ਹੈ, ਸੋ ਬਿਨਾਂ ਗੁੱਸਾ ਕਰਦੇ ਹੋਏ ਚੁੱਪਚਾਪ ਨਿਕਲ ਜਾਂਦਾ ਹੈ। ਠੀਕ ਹੈ, he did complain about the complaint was that he ordered to an oval amount from an not a square one, ਉਹ ਬਸ ਇੰਨੀ ਗੱਲ ਉਹਨੂੰ ਕਹਿ ਦਿੰਦਾ ਹੈ ਕਿ ਮੈਂ ਸਿਰਫ ਉਹਨੂੰ ਓਵਲ ਕੱਟ ਯਾਨੀ ਕਿ ਇੱਕ ਓਵਲ ਸ਼ੇਪ ਦਾ ਕਿਹਾ ਸੀਗਾ। ਠੀਕ ਹੈ, ਯਾਨੀ ਕਿ ਓਵਲ ਸ਼ੇਪ ਮੀਨਸ ਥੋੜ੍ਹੀ ਇੱਦਾਂ ਕਰਕੇ ਜਿਹੀ ਹੁੰਦੀ ਹੈ। ਠੀਕ ਹੈ, ਓਵਲ ਸ਼ੇਪ ਦਾ ਤੁਹਾਨੂੰ ਫਰੇਮ ਕਿਹਾ ਸੀਗਾ, ਬਟ ਤੁਸੀਂ ਸਕੁਏਅਰ ਸ਼ੇਪ ਦਾ ਬਣਾ ਦਿੱਤਾ। ਠੀਕ ਹੈ, ਇੱਦਾਂ ਕਰਕੇ। ਆਈ ਐਮ ਸੌਰੀ, ਮੈਂ ਥੋੜ੍ਹਾ ਜਿਹਾ ਮੈਸੀ ਹੋ ਗਿਆ ਵਰਕ। ਸੋ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਸਿੱਧੀ ਤਰ੍ਹਾਂ ਗੱਲ ਹੈ ਕਿ ਉਹ ਫੋਟੋ ਵੀ ਜੋ ਹੈ ਓਨਰ ਉਹ ਚੇਂਜ ਕਰ ਦਿੰਦਾ ਹੈ। ਠੀਕ ਹੈ, ਅਤੇ ਬੜੇ ਸੋਹਣੇ ਫਰੇਮ ਦੇ ਨਾਲ ਉਹਨੂੰ ਦੇ ਦਿੰਦਾ ਹੈ। ਬਟ ਉਹ ਬਿਲਕੁਲ ਇੱਕ ਤਾਂ ਇੰਨਾ ਸੋਹਣਾ ਫਰੇਮ ਦੇਖ ਕੇ ਉਹ ਬਿਲਕੁਲ ਚੁੱਪ ਕਰ ਜਾਂਦਾ ਹੈ, ਕਿਉਂਕਿ ਉਸਨੇ ਆਪਣੀ ਗਲਤੀ ਨੂੰ ਬਹੁਤ ਹੀ ਸੋਹਣੇ ਤਰੀਕੇ 'ਤੇ ਸਫਾਈ ਦੇ ਨਾਲ ਢੱਕ ਲਿਆ ਹੁੰਦਾ ਹੈ। ਠੀਕ ਹੈ, ਆਪਣੀ ਗਲਤੀ ਨੂੰ ਬਿਲਕੁਲ ਉਹਨੇ ਪਰਦਾ ਪਾ ਦਿੱਤਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਸੋ ਉਹ ਸਿਰਫ ਇੰਨੀ ਗੱਲ ਕਹਿ ਦਿੰਦਾ ਹੈ ਕਿ ਮੈਂ ਸਿਰਫ ਓਵਲ ਕੱਟ ਅਮਾਊਂਟ ਕਹੀ ਸੀਗੀ, ਪਰ ਤੁਸੀਂ ਮੈਨੂੰ ਸਕੁਏਅਰ ਦੇ ਦਿੱਤੀ। ਸੋ ਇਹ ਸੀਗੇ ਸਾਰੇ ਕੁਐਸਚਨ। ਆਈ ਹੋਪ ਕਿ ਤੁਹਾਨੂੰ ਅੱਛੇ ਲੱਗੇ ਹੋਣਗੇ। ਜੇ ਅੱਛੇ ਲੱਗੇ ਹੋਣ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ। ਐਂਡ ਥੈਂਕਸ ਫॉर वॉचिंग। बाय बाय एंड टेक केयर।